करिए स्टार्ट सर, हो गया टाइम। A very good morning to all of you. I welcome all students, instructors and members from iTaught on Punjabi channel on NIMI portal. Punjabi channel is being driven by our Department of Technical Education and Industrial Training Punjab. I am Parveen Bali from Government ITI Women Fatehgarh Chudiyan. I am here to deliver my lecture. Today my topic is purpose of testing. Under this topic, we will discuss about what is testing, definition of testing, need of testing, purpose of testing, types of testing, why testing is necessary, and last we will discuss about the conclusion. So first of all, what is testing / examination? Testing या examination या ਪ੍ਰੀਖਿਆ ਕੀ ਹੈ? Meaning of test, ਪ੍ਰੀਖਿਆ ਦਾ ਅਰਥ ਕੀ ਹੈ? Teachers teach content, then test students. Teacher ਕੀ ਕਰਦਾ ਹੈ? Syllabus ਦੇ content teach ਕਰਦਾ ਹੈ ਅਤੇ ਫਿਰ student ਦਾ test ਲੈਂਦਾ ਹੈ. This cycle of teaching and testing is familiar to anyone who has been a student. ਇਹ ਟੀਚਿੰਗ ਔਰ ਟੈਸਟਿੰਗ ਦੇ ਚੱਕਰ ਤੋਂ ਹਰ ਉਹ ਬੰਦਾ ਜਾਣੂ ਹੁੰਦਾ ਹੈ ਜੋ ਸਟੂਡੈਂਟ ਰਹਿ ਚੁੱਕਾ ਹੋਵੇ. ਟੈਸਟ ਸੀਕ ਟੂ ਸੀ what student have learned. ਟੈਸਟ ਕਾਦੇ ਵਾਸਤੇ ਹੁੰਦੇ ਆ? ਇਹ ਦੇਖਣ ਲਈ ਕਿ ਸਟੂਡੈਂਟ ਨੇ ਕੀ ਸਿੱਖਿਆ ਹੈ. A test or examination means an assessment intended to measure a student's knowledge, skill and ability. ਟੈਸਟ ਜਾਂ ਪ੍ਰੀਖਿਆ ਦਾ ਅਰਥ ਸਟੂਡੈਂਟ ਦੀ ਨੌਲੇਜ, ਸਕਿੱਲ ਅਤੇ ਯੋਗਤਾ ਨੂੰ ਮੇਜਰ ਕਰਕੇ ਉਸ ਦਾ ਮੁਲਾਂਕਣ ਕਰਨਾ ਜਾਂ ਅਸੈਸਮੈਂਟ ਕਰਨਾ ਹੈ. A test is an instrument of evaluation of students' achievement, ability, knowledge and performance, what they have been learned in learning process. ਟੈਸਟ ਕੀ ਹੈ? ਇੱਕ ਉਪਲਬਧੀਆਂ ਸਟੂਡੈਂਟ ਦੀਆਂ ਯੋਗਤਾਵਾਂ, ਉਪਲਬਧੀਆਂ, ਉਸਦੀ ਨੌਲੇਜ, ਉਸਦੀ ਪਰਫਾਰਮੈਂਸ ਨੂੰ ਇਵੈਲੂਏਟ ਕਰਨ ਦਾ ਇੱਕ ਸਾਧਨ ਹੈ ਜਿਹੜਾ ਕਿ ਉਸਨੇ ਲਰਨਿੰਗ ਪ੍ਰੋਸੈਸ ਦੇ ਦੌਰਾਨ ਸਿੱਖਿਆ ਹੁੰਦਾ ਹੈ. The classroom test is administered by teachers and it is developed to measure student achievement on specific aspects of curricular instruction by the teacher. ਕਲਾਸਰੂਮ ਟੈਸਟ ਜੋ ਹੁੰਦੇ ਹਨ ਉਹ ਕਲਾਸ ਟੀਚਰ ਵੱਲੋਂ ਹੀ ਲਏ ਜਾਂਦੇ ਹਨ ਅਤੇ ਟੀਚਰ ਵੱਲੋਂ ਜੋ ਵੀ ਕੰਟੈਂਟ ਪੜ੍ਹਾਏ ਜਾਂਦੇ ਹਨ ਉਹਨਾਂ ਦੀਆਂ ਹਦਾਇਤਾਂ ਦੇ ਸਪੈਸੀਫਿਕ ਆਸਪੈਕਟ, ਖਾਸ ਪਹਿਲੂਆਂ ਤੇ ਸਟੂਡੈਂਟਸ ਦੀਆਂ ਅਚੀਵਮੈਂਟ ਨੂੰ ਮੇਜਰ ਕਰਨ ਲਈ ਕਲਾਸਰੂਮ ਟੈਸਟ ਲਏ ਜਾਂਦੇ ਹਨ. ਸਟੈਂਡਰਡਾਈਜ਼ਡ ਟੈਸਟ may be given annually or semi annually. ਜਿਹੜੇ ਸਟੈਂਡਰਡਾਈਜ਼ਡ ਟੈਸਟ ਹੁੰਦੇ ਆ ਉਹ ਜਾਂ ਤਾਂ ਸਾਲਾਨਾ ਲਏ ਜਾ ਸਕਦੇ ਹਨ ਜਾਂ ਅਰਧ ਸਾਲਾਨਾ ਲਏ ਜਾ ਸਕਦੇ ਹਨ. whereas the classroom test is given more frequently. ਜਦ ਕਿ ਜਿਹੜੇ ਕਲਾਸਰੂਮ ਟੈਸਟ ਹਨ ਉਹ more frequently means ਜਲਦੀ ਲੈ ਲਿੱਤੇ ਜਾਂਦੇ ਹਨ during the whole session, ਪੂਰੇ ਸੈਸ਼ਨ ਦੇ ਦੌਰਾਨ. ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ITIs ਵਿੱਚ ਪਹਿਲਾਂ ਅਰਧ ਸਾਲਾਨਾ ਪ੍ਰੀਖਿਆ ਕੰਡਕਟ ਕੀਤੀ ਜਾਂਦੀ ਸੀ, ਪਰ ਹੁਣ ਇਹ ਪ੍ਰੀਖਿਆ ਜੋ ਹੈ ਉਹ ਐਨੂਅਲੀ ਕੰਡਕਟ ਕੀਤੀ ਜਾਂਦੀ ਹੈ ਅਤੇ ਕਲਾਸ ਵਿੱਚ ਵੀਕਲੀ ਅਤੇ ਮੰਥਲੀ ਟੈਸਟ ਸਾਰਾ ਸਾਲ ਚੱਲਦੇ ਰਹਿੰਦੇ ਹਨ ਜੋ ਕਿ ਸਟੂਡੈਂਟਸ ਨੂੰ ਪੜ੍ਹਾਏ ਗਏ ਕੰਟੈਂਟਸ ਦੇ ਆਧਾਰ ਤੇ ਇਵੈਲੂਏਟ ਕਰਨ ਲਈ ਜਾਂ ਉਹਨਾਂ ਦੀ ਵੀਕਲੀ, ਮੰਥਲੀ ਜਾਂ ਈਅਰਲੀ ਅਸੈਸਮੈਂਟ ਕਰਨ ਲਈ ਟੈਸਟ ਲਏ ਜਾਂਦੇ ਹਨ. ਸੋ ਇਨ ਸ਼ਾਰਟ ਆਪਾਂ ਕੀ ਕਹਿ ਸਕਦੇ ਹਾਂ ਕਿ ਟੈਸਟ ਜਾਂ ਪ੍ਰੀਖਿਆ ਦਾ ਮੀਨਿੰਗ, ਟੈਸਟ ਜਾਂ ਐਗਜ਼ਾਮੀਨੇਸ਼ਨ ਦਾ ਮੀਨਿੰਗ ਇਹੀ ਹੈ ਜਿਸ ਨਾਲ ਅਸੀਂ ਸਟੂਡੈਂਟਸ ਦੀ ਡਿਊਰਿੰਗ ਦ ਸੈਸ਼ਨ, ਪੂਰੇ ਸਾਲ ਦੇ ਡਿਊਰਿੰਗ ਅਬਿਲਿਟੀ, ਸਕਿੱਲ, ਪਰਫਾਰਮੈਂਸ ਅਤੇ ਪ੍ਰੋਗਰੈਸ ਦੀ ਇਵੈਲੂਏਸ਼ਨ ਕਰਦੇ ਹਾਂ. Next है definition of testing. Definition of testing ਕੀ ਹੈ ਕਿ testing may be defined as a procedure confronting a subject with a standard set of questions to which student is to respond independently and the result of which can be treated such a way as to provide a quantitative comparison of performance of different students. Testing ਨੂੰ ਇੱਕ subject ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਸਟੂਡੈਂਟਸ ਵੱਲੋਂ ਪ੍ਰਸ਼ਨਾਂ ਦੇ ਇੱਕ ਸਟੈਂਡਰਡਾਈਜ਼ਡ ਸੈੱਟ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਇੰਡੀਵਿਜੂਅਲੀ ਜਵਾਬ ਦਿੱਤੇ ਜਾਂਦੇ ਹਨ ਅਤੇ ਐਜ਼ ਅ ਰਿਜ਼ਲਟ ਵੱਖ-ਵੱਖ ਸਟੂਡੈਂਟ ਦੀ ਪਰਫਾਰਮੈਂਸ ਨੂੰ ਇਸ ਤਰ੍ਹਾਂ ਇਵੈਲੂਏਟ ਕੀਤਾ ਜਾਂਦਾ ਹੈ, ਇਸ ਤਰ੍ਹਾਂ ਮਾਪਿਆ ਜਾਂਦਾ ਹੈ ਕਿ ਉਹਨਾਂ ਦਾ ਕੰਪੈਰੀਜ਼ਨ ਕੀਤਾ ਜਾ ਸਕੇ.
In other words, we can say testing to evaluate the performance and capabilities of students in class. ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਟੈਸਟ ਨੂੰ ਵਿਦਿਆਰਥੀਆਂ ਦੀ ਪਰਫਾਰਮੈਂਸ ਨੂੰ ਮਾਪਣ, ਉਹਨਾਂ ਦੀਆਂ ਕੈਪੇਬਿਲਿਟੀਜ਼ ਮੀਨਸ ਕਿਸੇ ਕੰਮ ਨੂੰ ਕਰਨ ਦੀ ਸਮਰੱਥਾ ਦੇ ਮੁਲਾਂਕਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇੱਥੇ ਅਸੀਂ ਗੱਲ ਕੀਤੀ ਸੀ ਕੰਪੈਰੀਜ਼ਨ ਦੀ। ਕੰਪੈਰੀਜ਼ਨ ਮੀਨਸ ਜਦੋਂ ਸਾਲ ਦੇ ਐਂਡ ਵਿੱਚ एग्जाम्स या ਪ੍ਰੀਖਿਆ ਲਈ ਜਾਂਦੀ ਹੈ ਤਾਂ ਕੁਝ ਪਾਸਿੰਗ ਮਾਰਕਸ ਜਾਂ ਪਰਸੈਂਟੇਜ ਫਿਕਸ ਕੀਤੀ ਜਾਂਦੀ ਹੈ। ਇਸੇ ਨਿਸ਼ਚਿਤ ਕੀਤੇ ਗਏ ਨੰਬਰਾਂ ਜਾਂ ਪਰਸੈਂਟੇਜ ਦੇ ਆਧਾਰ ਤੇ ਅਸੀਂ ਪਾਸ, ਫੇਲ, ਫਰਸਟ, ਸੈਕੰਡ ਜਾਂ ਥਰਡ ਪੋਜੀਸ਼ਨ ਬਾਰੇ ਪਤਾ ਲਗਾਉਂਦੇ ਹਾਂ। ਸੋ ਟੈਸਟਿੰਗ ਦੀ ਪਰਿਭਾਸ਼ਾ ਅਨੁਸਾਰ ਵਿਦਿਆਰਥੀਆਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਨਤੀਜੇ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਨਿਸ਼ਚਿਤ ਅੰਕਾਂ ਦੇ ਆਧਾਰ ਤੇ ਵਿਦਿਆਰਥੀਆਂ ਦਾ ਕੰਪੈਰੀਜ਼ਨ ਕਰਕੇ ਉਹਨਾਂ ਨੂੰ ਪਾਸ, ਫੇਲ ਜਾਂ ਫਰਸਟ, ਸੈਕੰਡ, ਥਰਡ ਪੋਜੀਸ਼ਨ ਦਾ ਮੁਲਾਂਕਣ ਕੀਤਾ ਜਾ ਸਕੇ। ਨੀਡ ਆਫ ਟੈਸਟਿੰਗ, ਟੈਸਟਿੰਗ ਦੀ ਜ਼ਰੂਰਤ ਕੀ ਹੈ? ਕੀ ਜ਼ਰੂਰਤ ਹੈ ਟੈਸਟਿੰਗ ਦੀ? ਟੈਸਟਿੰਗ ਇਜ਼ ਅ ਕੀ ਪਾਰਟ ਆਫ ਟੂਡੇਜ਼ ਐਜੂਕੇਸ਼ਨਲ ਸਿਸਟਮ। ਟੈਸਟਿੰਗ ਅੱਜ ਦੀ ਸਿੱਖਿਆ ਪ੍ਰਣਾਲੀ ਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ। ਅ ਟੈਸਟ ਸਰਵਸ ਐਜ਼ ਐਨ ਇੰਡੀਵਿਜੂਅਲ evaluation system। इंडिविजुअल evaluation system की है? व्यक्तिगत मूल्यांकन प्रणाली। टेस्ट की है, परीक्षा की है, एक व्यक्तिगत मूल्यांकन प्रणाली का काम करती है। The need of testing is to gather relevant information about the student performance or progress or to determine students' interest about their learning process। टेस्टिंग ਦੀ ਲੋੜ ਵਿਦਿਆਰਥੀ ਦੀ ਕਾਰਗੁਜ਼ਾਰੀ ਜਾਂ ਪ੍ਰਗਤੀ ਮੀਨਸ ਪਰਫਾਰਮੈਂਸ ਅਤੇ ਪ੍ਰੋਗਰੈਸ ਜਾਂ ਫਿਰ ਸਿੱਖਿਆਰਥੀ ਦੇ ਵਿੱਚ ਲਰਨਿੰਗ ਪ੍ਰੋਸੈਸ ਪ੍ਰਤੀ ਇੰਟਰਸਟ ਬਾਰੇ ਪਤਾ ਕਰਨ ਲਈ ਪੈਂਦੀ ਹੈ। ਆਫਟਰ ਕੰਡਕਟਿੰਗ ਟੈਸਟ ਰੈਗੂਲਰਲੀ ਟੈਸਟ ਲੈਣ ਤੋਂ ਬਾਅਦ the teacher can determine achievement level and progress of pupils। ਜਿਹੜਾ ਟੀਚਰ ਹੈ ਉਹ ਆਪਣੇ ਜਿਹੜੇ ਸਿੱਖਿਆਰਥੀ ਹਨ ਜਾਂ ਸਟੂਡੈਂਟਸ ਹਨ ਉਹਨਾਂ ਦੀ ਅਚੀਵਮੈਂਟ ਲੈਵਲ ਅਤੇ ਪ੍ਰੋਗਰੈਸ ਲੈਵਲ ਬਾਰੇ ਪਤਾ ਲਗਾਉਂਦਾ ਹੈ। ਵੀ ਨੀਡ ਆਫ ਟੈਸਟਿੰਗ ਟੂ ਆਇਡੈਂਟੀਫਾਈ ਦਾ ਇੰਟਰਸਟ ਆਫ ਸਟੂਡੈਂਟਸ। ਸਿੱਖਿਆਰਥੀਆਂ ਦੀ ਰੁਚੀ ਦੀ ਪਛਾਣ ਕਰਨ ਲਈ ਇੱਕ ਟੈਸਟ ਦੀ ਲੋੜ ਪੈਂਦੀ ਹੈ। ਟੂ ਅਸਰਟਨ ਦ ਐਕਸਟੈਂਟ ਐਂਡ ਕੁਆਲਿਟੀ ਆਫ ਸੋਸ਼ਲ ਡਿਵੈਲਪਮੈਂਟ ਆਫ ਦ ਸਟੂਡੈਂਟ। ਵਿਦਿਆਰਥੀਆਂ ਦੇ ਸਮਾਜਿਕ ਵਿਕਾਸ ਅਤੇ ਗੁਣਾਂ ਦਾ ਪਤਾ ਲਗਾਉਣ ਲਈ ਟੈਸਟਿੰਗ ਦੀ ਲੋੜ ਪੈਂਦੀ ਹੈ। To reinforce the efficiency of teaching and learning। ਸਿੱਖਣ ਅਤੇ ਸਿਖਾਉਣ ਦੀ efficiency ਨੂੰ ਹੋਰ ਮਜ਼ਬੂਤ ਕਰਨ ਲਈ ਟੈਸਟਿੰਗ ਦੀ ਜ਼ਰੂਰਤ ਪੈਂਦੀ ਹੈ। It also encourages the understanding of teaching as a formative process। ਇਸ ਨਾਲ ਕੀ ਹੁੰਦਾ ਹੈ? It also encourages ਇਹ ਟੈਸਟ ਜੋ ਹਨ ਇਹ ਅਧਿਆਪਨ ਮੀਨਸ ਟੀਚਿੰਗ ਨੂੰ ਇੱਕ ਫਾਰਮੈਟਿੰਗ ਪ੍ਰੋਸੈਸ ਮਤਲਬ ਕਿ ਰਚਨਾਤਮਕ ਪ੍ਰਕਿਰਿਆ ਵੱਲੋਂ ਸਮਝਣ ਲਈ ਵੀ ਉਤਸ਼ਾਹਿਤ ਕਰਦਾ ਹੈ ਜੋ ਕਿ ਸਟੂਡੈਂਟਸ ਦੀ ਫੀਡਬੈਕ ਅਤੇ ਸਮੇਂ ਦੇ ਨਾਲ ਹੋਰ ਵੀ ਡਿਵੈਲਪ ਹੁੰਦੀ ਹੈ। ਦਿਸ ਕ੍ਰੀਏਟਸ ਗੁੱਡ ਕਲਾਸਰੂਮ ਰੈਪੋਰਟ। ਇਸ ਨਾਲ ਕਲਾਸਰੂਮ ਵਿੱਚ ਇੱਕ ਵਧੀਆ ਤਾਲਮੇਲ ਕ੍ਰੀਏਟ ਹੁੰਦਾ ਹੈ। ਨੈਕਸਟ ਹੈ ਪਰਪਸ ਆਫ ਟੈਸਟਿੰਗ। ਪਰਪਸ ਆਫ ਟੈਸਟਿੰਗ ਮੀਨਸ ਕਿ ਟੈਸਟਿੰਗ ਦਾ ਉਦੇਸ਼ ਕੀ ਹੈ? ਪ੍ਰੀਖਿਆ ਕਿਸ ਉਦੇਸ਼ ਨਾਲ ਲਈ ਜਾਂਦੀ ਹੈ? ਪ੍ਰੀਖਿਆ ਲੈਣ ਦੇ ਕੀ ਉਦੇਸ਼ ਹਨ? After the teacher has taught something, it is natural for him or her to want to know how much the students have learned and what level they are at and what things need to be considered for the improvement of the students। ਅਧਿਆਪਕ ਦੁਆਰਾ ਕੁਝ ਵੀ ਸਿਖਾਏ ਜਾਣ ਤੋਂ ਬਾਅਦ ਇਹ ਸੁਭਾਵਿਕ ਹੋ ਜਾਂਦਾ ਹੈ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਵਿਦਿਆਰਥੀਆਂ ਨੇ ਕਿੰਨਾ ਕੁ ਸਿੱਖਿਆ ਹੈ, ਉਹ ਕਿਸ ਲੈਵਲ ਤੇ ਹਨ ਅਤੇ ਵਿਦਿਆਰਥੀਆਂ ਵਿੱਚ ਸਿਖਲਾਈ ਨੂੰ ਲੈ ਕੇ ਕਿਹੜੀਆਂ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਹੈ। ਟੈਸਟ ਟੈਲ ਦ ਟੀਚਰ ਅਬਾਊਟ ਦ ਇਫੈਕਟਿਵਨੈਸ ਆਫ ਹਿਸ ਔਰ ਹਰ ਟੀਚਿੰਗ। ਟੈਸਟ ਨਾਲ ਟੀਚਰ ਨੂੰ ਉਸ ਦੁਆਰਾ ਦਿੱਤੀ ਗਈ ਸਿਖਲਾਈ ਜਾਂ ਟੀਚਿੰਗ ਦੀ ਇਫੈਕਟਿਵਨੈਸ ਬਾਰੇ ਪਤਾ ਲੱਗਦਾ ਹੈ ਕਿ ਉਹਨਾਂ ਦੁਆਰਾ ਪੜ੍ਹਾਏ ਜਾਣੇ ਵਾਲੇ ਕੰਟੈਂਟ ਦੀ ਕਿੰਨੀ ਕੁ ਨੌਲੇਜ ਵਿਦਿਆਰਥੀਆਂ ਨੂੰ ਹੋ ਗਈ ਹੈ। The basic purpose of an evaluation is to make a judgment about the quality or worth of an educational program or proficiency of a student's attainments। Evaluation the basic purpose ਕੀ ਹੈ? Evaluation ਦਾ basic purpose ਇਹ ਹੁੰਦਾ ਹੈ ਕਿ ਤਾਂ ਜੋ ਕਿਸੇ ਵਿਦਿਅਕ ਪ੍ਰੋਗਰਾਮ ਦੀ ਗੁਣਵੱਤਾ ਜਾਂ ਯੋਗਤਾ ਜਾਂ ਕਿਸੇ ਸਟੂਡੈਂਟ ਦੀਆਂ ਪ੍ਰਾਪਤੀਆਂ ਬਾਰੇ ਫੈਸਲਾ ਕੀਤਾ ਜਾ ਸਕੇ।
The second purpose of testing is to give students the opportunity to show what they have been learned rather than catching them out or to show what they haven't learned. Testing ਦਾ ਦੂਜਾ ਉਦੇਸ਼ ਕੀ ਹੈ? ਟੈਸਟਿੰਗ ਦਾ ਦੂਜਾ ਉਦੇਸ਼ ਇਹ ਹੈ ਜਿਸ ਨਾਲ ਵਿਦਿਆਰਥੀ ਨੂੰ ਇਹ ਜਾਣਨ ਦਾ ਮੌਕਾ ਮਿਲੇ ਕਿ ਉਸਨੇ ਕਿੰਨੀ ਕੁ ਸਿੱਖਿਆ ਪ੍ਰਾਪਤ ਕਰ ਲਈ ਹੈ, ਬਜਾਏ ਇਸ ਦੇ ਕਿ ਉਸਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਉਸਨੂੰ ਇਹ ਦੱਸਿਆ ਜਾਵੇ ਕਿ ਉਸਨੇ ਕੀ ਨਹੀਂ ਸਿੱਖਿਆ ਹੈ। ਸੋ ਟੈਸਟਿੰਗ ਦਾ ਉਦੇਸ਼ ਕੀ ਹੈ? ਵਿਦਿਆਰਥੀ ਦੀ ਐਬਿਲਿਟੀ ਦਾ ਪਤਾ ਲਗਾਉਣਾ, ਨਾ ਕਿ ਉਸਦੀ ਡਿਸਐਬਿਲਿਟੀ ਬਾਰੇ ਪਤਾ ਲਗਾ ਕੇ ਉਸਨੂੰ ਬਾਹਰ ਕੱਢਣਾ। The third purpose of evaluation and testing is also to motivate students and show them how well they have learned the subject matter. ਮੁਲਾਂਕਣ ਅਤੇ ਤੀਜਾ ਪਰਪਸ ਕੀ ਹੈ? ਮੁਲਾਂਕਣ ਅਤੇ ਟੈਸਟ ਦਾ ਤੀਜਾ ਉਦੇਸ਼ ਇਹੀ ਹੈ ਕਿ ਵਿਦਿਆਰਥੀ ਨੂੰ ਪ੍ਰੇਰਿਤ ਕਰਨਾ ਅਤੇ ਇਹ ਦੱਸਣਾ ਕਿ ਉਹਨਾਂ ਨੇ ਸਬਜੈਕਟ ਮੈਟਰ ਵਿੱਚ ਜੋ ਵੀ ਵਿਸ਼ਾ ਵਸਤੂ ਹੈ ਉਸਨੂੰ ਕਿੰਨੇ ਚੰਗੇ ਤਰੀਕੇ ਨਾਲ ਸਿੱਖ ਲਿਆ ਹੈ। The last purpose of testing and evaluation is to give the teacher useful information about how to improve their teaching methods. ਅਖੀਰ ਵਿੱਚ ਟੈਸਟਿੰਗ ਦਾ ਮੰਤਵ ਜਾਂ ਉਦੇਸ਼ ਇਹੀ ਹੁੰਦਾ ਹੈ ਕਿ ਟੀਚਰ ਅਤੇ ਅਧਿਆਪਨ ਦੇ ਤਰੀਕੇ ਮੀਨਸ ਟੀਚਿੰਗ ਮੈਥਡਸ ਨੂੰ ਹੋਰ ਕਿਸ ਤਰ੍ਹਾਂ ਇੰਪਰੂਵ ਕੀਤਾ ਜਾ ਸਕਦਾ ਹੈ, ਹੋਰ ਕਿਸ ਤਰ੍ਹਾਂ ਉਸ ਵਿੱਚ ਸੁਧਾਰ ਲਿਆਏ ਜਾ ਸਕਦੇ ਹਨ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਮੇਨ ਪਰਪਸ ਜੋ ਹੈ ਟੈਸਟਿੰਗ ਦਾ ਉਹ ਪ੍ਰੀਖਿਆ ਕਰਵਾਉਣ ਦਾ ਇਹੀ ਹੁੰਦਾ ਹੈ ਕਿ ਸਟੂਡੈਂਟਸ ਨੂੰ ਪੂਰੇ ਸੈਸ਼ਨ ਵਿੱਚ ਜਿੰਨੇ ਵੀ ਸਬਜੈਕਟਸ ਪੜ੍ਹਾਏ ਗਏ ਹਨ ਉਹਨਾਂ ਨੇ ਉਹਨਾਂ ਸਬਜੈਕਟਸ ਬਾਰੇ ਕਿੰਨਾ ਕੁ ਸਿੱਖ ਲਿਆ ਹੈ। ਟੀਚਿੰਗ ਮੈਥਡ ਵਿੱਚ ਕੋਈ ਕਮੀ ਤਾਂ ਨਹੀਂ ਜਾਂ ਟੀਚਿੰਗ ਮੈਥਡ ਵਿੱਚ ਕੋਈ ਸੁਧਾਰ ਲਿਆਉਣ ਦੀ ਕਿੰਨੀ ਕੁ ਜ਼ਰੂਰਤ ਹੈ। ਸਟੂਡੈਂਟਸ ਦੁਆਰਾ ਪ੍ਰਾਪਤ ਕੀਤੇ ਅੰਕਾਂ ਦਾ ਉਹਨਾਂ ਦੇ ਪੇਰੈਂਟਸ ਨੂੰ ਦੱਸਣਾ ਵੀ ਟੈਸਟਿੰਗ ਦਾ ਉਦੇਸ਼ ਹੁੰਦਾ ਹੈ। ਜੇਕਰ ਸਟੂਡੈਂਟ ਕਿਸੇ ਵਿਸ਼ੇ ਵਿੱਚੋਂ ਕਮਜ਼ੋਰ ਹੈ ਜਾਂ ਵੀਕ ਹੈ ਜਾਂ ਕਿਸੇ ਵਿਸ਼ੇ ਦੀ ਉਸਨੂੰ ਸਮਝ ਨਹੀਂ ਹੈ ਤਾਂ ਉਸਦੇ ਸੰਬੰਧਤ ਟੀਚਰ ਨੂੰ ਉਸ ਬਾਰੇ ਜਾਣੂ ਕਰਾਇਆ ਜਾਵੇ ਤਾਂ ਜੋ ਵਿਦਿਆਰਥੀ ਉੱਪਰ ਉਸ ਵਿਸ਼ੇ ਨੂੰ ਲੈ ਕੇ ਹੋਰ ਧਿਆਨ ਦਿੱਤਾ ਜਾਵੇ। ਐਗਜ਼ਾਮਸ ਨਾਲ ਇੰਟੈਲੀਜੈਂਟ, ਮੀਡੀਅਮ ਅਤੇ ਕਮਜ਼ੋਰ ਵਿਦਿਆਰਥੀਆਂ ਨੂੰ ਕਲਾਸੀਫਾਈ ਵੀ ਕੀਤਾ ਜਾ ਸਕਦਾ ਹੈ। ਜੇਕਰ ਸਿਲੇਬਸ ਸਿੱਖਿਆ ਦੇ ਉਦੇਸ਼ ਨੂੰ ਪੂਰਾ ਨਹੀਂ ਕਰਦੇ ਤਾਂ ਉਹਨਾਂ ਵਿੱਚ ਵੀ ਸੋਧ ਲਿਆਈ ਜਾ ਸਕਦੀ ਹੈ, ਸਿਲੇਬਸ ਦੇ ਕੰਟੈਂਟਸ ਵਿੱਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ। ਸੋ ਇਹ ਸਾਰੇ ਪ੍ਰੀਖਿਆ ਦੇ ਉਦੇਸ਼ ਹਨ ਜੋ ਪ੍ਰੀਖਿਆ ਨੂੰ ਜ਼ਰੂਰੀ ਬਣਾਉਂਦੇ ਹਨ। ਨੈਕਸਟ ਡਿਸਕਸ ਕਰਾਂਗੇ ਟਾਈਪ ਆਫ ਟੈਸਟਿੰਗ। ਟੈਸਟਿੰਗ ਦੀਆਂ ਟਾਈਪਸ ਯਾਨੀ ਕਿ ਪ੍ਰੀਖਿਆ ਜਿਹੜੀ ਆ ਉਹ ਕਿੰਨੇ ਤਰੀਕਿਆਂ ਨਾਲ ਕੰਡਕਟ ਕੀਤੀ ਜਾ ਸਕਦੀ ਹੈ। ਟੂ ਮੇਕ ਇਟ ਯੂਜ਼ਫੁਲ ਟੈਸਟਿੰਗ ਇਟ ਇਜ਼ ਡਿਵਾਈਡਡ ਇਨਟੂ ਟੂ ਪਾਰਟਸ। One is external examination and second is internal examination. ਪ੍ਰੀਖਿਆ ਨੂੰ ਹੋਰ ਵੀ ਯੂਜ਼ਫੁਲ ਬਣਾਉਣ ਦੇ ਲਈ ਇਹਨਾਂ ਨੂੰ ਦੋ ਪਾਰਟ ਵਿੱਚ ਵੰਡਿਆ ਜਾਂਦਾ ਹੈ। ਫਸਟ ਹੈ ਬਾਹਰੀ ਪ੍ਰੀਖਿਆ, ਸੈਕੰਡ ਹੁੰਦੀ ਹੈ ਅੰਦਰੂਨੀ ਪ੍ਰੀਖਿਆ। External examination ਕੀ ਹੁੰਦੀ ਹੈ? An external examination conducted by someone outside the faculty of the school where the exams are conducted by the external board or university. ਉਹ ਪ੍ਰੀਖਿਆ ਜਿਹੜੀ ਸਕੂਲ ਦੇ ਬਾਹਰਲੇ ਸਟਾਫ ਵੱਲੋਂ ਕੰਡਕਟ ਕੀਤੀ ਜਾਂਦੀ ਹੈ, ਪ੍ਰੀਖਿਆ ਬਾਹਰੀ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਲਈ ਜਾਂਦੀ ਹੈ। External board or agencies are responsible for the question paper and for the evaluation of answer sheets. ਬਾਹਰੀ ਬੋਰਡ ਜਾਂ ਏਜੰਸੀਆਂ ਕੁਐਸਚਨ ਪੇਪਰ ਅਤੇ ਆਨਸਰ ਸ਼ੀਟ ਦੇ ਮੁਲਾਂਕਣ ਲਈ ਜ਼ਿੰਮੇਵਾਰ ਹੁੰਦੀਆਂ ਹਨ। In education, session 10th, 12th and university level exams are based on external examinations. 10ਵੀਂ 12ਵੀਂ ਅਤੇ ਯੂਨੀਵਰਸਿਟੀ ਪੱਧਰ ਦੀਆਂ ਪ੍ਰੀਖਿਆਵਾਂ ਬਾਰਵੀਂ ਦੇ ਪੱਧਰ ਦੀਆਂ ਜਿੰਨੀਆਂ ਵੀ 10ਵੀਂ 12ਵੀਂ ਤੇ ਯੂਨੀਵਰਸਿਟੀ ਦੇ ਲੈਵਲ ਦੀਆਂ ਜਿੰਨੀਆਂ ਵੀ ਪ੍ਰੀਖਿਆਵਾਂ ਜਿੰਨੇ ਵੀ ਐਗਜ਼ਾਮੀਨੇਸ਼ਨ ਹੁੰਦੇ ਆ ਉਹ ਬਾਹਰੀ ਪ੍ਰੀਖਿਆ ਤੇ ਹੀ ਆਧਾਰਿਤ ਹੁੰਦੇ ਹਨ। ਅੱਗੇ ਗੱਲ ਕਰਾਂਗੇ ਟਾਈਪਸ ਆਫ ਐਕਸਟਰਨਲ ਟੈਸਟਿੰਗ। ਬਾਹਰੀ ਪ੍ਰੀਖਿਆ ਦੀਆਂ ਕਿੰਨੀਆਂ ਟਾਈਪਸ ਹੁੰਦੀਆਂ। ਹੁਣ ਪਹਿਲਾਂ ਸੀ ਐਕਸਟਰਨਲ ਤੇ ਇੰਟਰਨਲ। ਐਕਸਟਰਨਲ ਦੇ ਵਿੱਚ ਅਸੀਂ ਦੇਖਾਂਗੇ ਇਹ ਐਗਜ਼ਾਮ ਜਿਹੜੇ ਆ ਕਿਸ ਤਰੀਕੇ ਨਾਲ ਕੰਡਕਟ ਕੀਤੇ ਜਾਂਦੇ ਹਨ। The main types of external exams are written exams. Number 1, written exams ਕੀ ਹੁੰਦੇ ਆ? ਲਿਖਤੀ exam, ਲਿਖਤੀ ਪ੍ਰੀਖਿਆ। Students are given a question paper to solve in written examination. Written examination means ਲਿਖਤੀ ਪ੍ਰੀਖਿਆ ਦੇ ਵਿੱਚ students ਨੂੰ ਇੱਕ question paper solve ਕਰਨ ਲਈ ਦਿੱਤਾ ਜਾਂਦਾ ਹੈ। In written exams, students are asked to solve the long answer type question,
Short answer type question, objective type questions like multiple choice question, tick, cross or true false. Written examination means ਲਿਖਤੀ ਪ੍ਰੀਖਿਆ ਦੇ ਵਿੱਚ students ਨੂੰ ਸਿੱਖਿਆਰਥੀਆਂ ਨੂੰ long answer type ਜ਼ਿਆਦਾ ਲੰਬੇ type ਦੇ questions, short answer type question, objective type ਜਿਨ੍ਹਾਂ ਦੇ ਵਿੱਚ multiple choice question ਹੋ ਸਕਦੇ ਜਾਂ tick cross ਹੋ ਸਕਦੇ ਜਾਂ true false ਹੋ ਸਕਦੇ, ਇਸ ਤਰ੍ਹਾਂ ਦੇ question paper ਦੇ ਕੇ ਉਹਨਾਂ ਕੋਲੋਂ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ। ਸੋ ਜੋ ਲਿਖਤੀ ਪ੍ਰੀਖਿਆ ਹੈ ਇਸ ਵਿੱਚ ਵਿਦਿਆਰਥੀਆਂ ਨੂੰ question paper ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਨਿਸ਼ਚਿਤ ਗਿਣਤੀ ਦੇ questions ਨੂੰ solve ਕਰਨ ਲਈ ਕਿਹਾ ਜਾਂਦਾ ਹੈ। ਪਹਿਲਾਂ ਕੀ ਹੁੰਦਾ ਸੀ, ਜ਼ਿਆਦਾਤਰ ਐਸੇ ਟਾਈਪ ਕੁਐਸਚਨ ਮੀਨਸ ਲੌਂਗ ਆਨਸਰ ਟਾਈਪ ਕੁਐਸਚਨਸ ਹੀ ਪੁੱਛੇ ਜਾਂਦੇ ਸਨ, ਜਿਨ੍ਹਾਂ ਤੋਂ ਇਹ ਪਤਾ ਲਗਾਇਆ ਜਾਂਦਾ ਸੀ ਕਿ ਸਟੂਡੈਂਟਸ ਵਿੱਚ ਆਪਣੀ ਨੌਲੇਜ ਨੂੰ ਐਕਸਪਲੇਨ ਕਰਨ ਜਾਂ ਬਿਆਨ ਕਰਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਕਿੰਨੀ ਕੁ ਸ਼ਕਤੀ ਹੈ। ਮੀਨਸ ਕੁਐਸਚਨ ਪੇਪਰ ਵਿੱਚ ਲੌਂਗ ਆਨਸਰ ਟਾਈਪ ਕੁਐਸਚਨ ਹੋਣੇ ਜ਼ਰੂਰੀ ਹੁੰਦੇ ਸੀ, ਪਰ ਹੁਣ ਕਈ ਵਾਰ ਇਹ ਨਹੀਂ ਵੀ ਪੁੱਛੇ ਜਾਂਦੇ। ਇਹਨਾਂ ਦੀ ਜਗ੍ਹਾ ਜਾਂ ਇਹਨਾਂ ਦੇ ਨਾਲ ਸ਼ਾਰਟ ਆਨਸਰ ਟਾਈਪ ਕੁਐਸਚਨ ਜਿਨ੍ਹਾਂ ਦੇ ਉੱਤਰ ਬਹੁਤ ਛੋਟੇ ਮੀਨਸ 3-4 ਲਾਈਨਸ ਦੇ ਵਿੱਚ ਦੇਣੇ ਹੁੰਦੇ ਹਨ। ਇਹਨਾਂ ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਦੇ ਜਿਹੜੇ ਅੰਦਰ ਆ ਉਹ ਸੰਖੇਪ ਰੂਪ ਵਿੱਚ ਠੀਕ ਗੱਲ ਲਿਖਣ ਦੀ ਐਬਿਲਿਟੀ ਨੂੰ ਪਰਖਿਆ ਜਾਂਦਾ। ਜਿਹੜੇ ਸ਼ਾਰਟ ਆਨਸਰ ਟਾਈਪ ਕੁਐਸਚਨ ਕਿਉਂ ਦਿੱਤੇ ਜਾਂਦੇ ਆ, ਤਾਂ ਕਿ ਵਿਦਿਆਰਥੀਆਂ ਦੇ ਅੰਦਰ ਸੰਖੇਪ ਰੂਪ ਵਿੱਚ ਕਿਸੇ ਗੱਲ ਨੂੰ ਠੀਕ ਲਿਖਣ ਦੀ ਕਿੰਨੀ ਐਬਿਲਿਟੀ ਹੈ ਇਸ ਨੂੰ ਪਰਖਿਆ ਜਾ ਸਕਦਾ ਹੈ। ਜਾਂ ਫਿਰ ਲੌਂਗ ਆਨਸਰ ਟਾਈਪ ਕੁਐਸਚਨ ਅਤੇ ਸ਼ਾਰਟ ਆਨਸਰ ਟਾਈਪ ਕੁਐਸਚਨ ਦੀ ਬਜਾਏ ਲਿਖਤੀ ਪ੍ਰੀਖਿਆ ऑब्जेक्टिव टाइप भी हो सकती, जिहड़ी लिखती प्रीख्या उस विच ऑब्जेक्टिव टाइप क्वेश्चन भी पूछे जा सकते हैं जो आजकल काफी प्रचलित हैं। ऑब्जेक्टिव टाइप क्वेश्चन विच हाँ या नहीं वाले, ठीक या गलत वाले, कई बार केवल चिन्हां दी वरतों करके जिवें कि तुसीं या टिक लानी हुंदी है या क्रॉस लानी हुंदी है, उन्हां दी वरतों करके आंसर देण लई कहा जांदा है। सेकंड है ओरल एग्जामिनेशन। ओरल एग्जामिनेशन की हुंदी है is a practice in many school. The oral exam is practiced in many school and colleges in which an examiner asks question to students in spoken form. मौखिक ਪ੍ਰੀਖਿਆ ਕਹਿੰਦੇ ਆ oral examination ਨੂੰ ਕੀ ਕਹਿੰਦੇ ਆ, ਮੌਖਿਕ ਪ੍ਰੀਖਿਆ। ਜਿਵੇਂ ਕਿ ਨਾਮ ਤੋਂ ਹੀ ਤੁਸੀਂ ਸਮਝ ਸਕਦੇ ਹੋ ਕਿ ਮੌਖਿਕ ਪ੍ਰੀਖਿਆ ਕਈ ਸਕੂਲਸ ਤੇ ਕਾਲਜਸ ਵਿੱਚ ਕਰਵਾਈ ਜਾਂਦੀ ਹੈ, ਜਿਸ ਵਿੱਚ ਐਗਜ਼ਾਮੀਨਰ ਵਿਦਿਆਰਥੀ ਨੂੰ ਬੋਲ ਕੇ ਸਵਾਲ ਕਰਦਾ ਹੈ। The student has to answer the question in such a way as to demonstrate sufficient knowledge of the subject to pass the exam. ਵਿਦਿਆਰਥੀਆਂ ਨੂੰ ਜਵਾਬ ਲਈ ਇਸ ਤਰ੍ਹਾਂ ਜਵਾਬ ਜੋ ਹੈ ਇਸ ਤਰ੍ਹਾਂ ਦੇਣਾ ਹੁੰਦਾ ਹੈ ਜਿਸ ਨਾਲ ਪ੍ਰੀਖਿਆ ਪਾਸ ਕਰਨ ਲਈ ਵਿਸ਼ੇ ਦਾ ਲੋੜੀਂਦਾ ਗਿਆਨ ਜਾਂ ਨੌਲੇਜ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਜਿੰਨੇ ਕਿ ਉਸਦੀ ਨੌਲੇਜ ਹੈ ਉਸਨੂੰ ਸਹੀ ਤਰੀਕੇ ਦੇ ਨਾਲ ਬੋਲ ਕੇ ਆਪਣਾ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਜਾ ਸਕੇ। ਮੌਖਿਕ ਪ੍ਰੀਖਿਆ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੇ ਵਿਸ਼ੇ ਨਾਲ ਸੰਬੰਧਿਤ ਕਿੰਨੀ ਕੁ ਨੌਲੇਜ ਹੈ ਤਾਂ ਜੋ ਉਸਨੂੰ ਪਾਸ ਜਾਂ ਫੇਲ ਦੋਵਾਂ ਵਿੱਚੋਂ ਕੋਈ ਵੀ ਰਿਮਾਰਕਸ ਦਿੱਤੇ ਜਾ ਸਕਣ। ਥਰਡ ਵਨ ਹੈ ਪ੍ਰੈਕਟੀਕਲ ਐਗਜ਼ਾਮਸ। ਪ੍ਰੈਕਟੀਕਲ ਐਗਜ਼ਾਮਸ ਟੈਸਟ students practical skill usually in laboratory clinics and fields. ਪ੍ਰੈਕਟੀਕਲ ਐਗਜ਼ਾਮਸ ਕੀ ਹੁੰਦੇ ਆ, ਜਿਹੜੇ ਕਿ ਵਿਦਿਆਰਥੀਆਂ ਦੀ ਪ੍ਰਯੋਗਾਤਮਕ ਸਕਿੱਲ ਨੂੰ ਟੈਸਟ ਕਰਨ ਲਈ ਹੁੰਦੇ ਹਨ, ਜੋ ਕਿ ਜ਼ਿਆਦਾਤਰ ਲੈਬੋਰੇਟਰੀ, ਕਲੀਨਿਕ ਜਾਂ ਫਿਰ ਫੀਲਡ ਦੇ ਵਿੱਚ ਹੁੰਦੀ ਹੈ। They can be administered by individually, in pairs or small groups. ਇਹ ਜਿਹੜੀ ਪ੍ਰੀਖਿਆ ਸਟੂਡੈਂਟਸ ਦੀ ਇੰਡੀਵਿਜੂਅਲੀ ਮੀਨਸ ਸਿੰਗਲ ਸਟੂਡੈਂਟਸ ਕਰਕੇ, pairs means ਜੋੜੇ ਬਣਾ ਕੇ, ਔਰ small groups ਜਾਂ ਫਿਰ 5-5 6-6 ਸਟੂਡੈਂਟਸ ਦੇ ਛੋਟੇ ਗਰੁੱਪ ਬਣਾ ਕੇ ਕੰਡਕਟ ਕੀਤੀ ਜਾਂਦੀ ਹੈ। Practical exams are conducted generally for physics, biology, chemistry, psychology, home science, agriculture and engineering groups. ਪ੍ਰਯੋਗਾਤਮਕ ਪ੍ਰੀਖਿਆ ਜੋ ਹੈ ਉਹ ਜ਼ਿਆਦਾਤਰ ਯੂਜੂਅਲੀ ਭੌਤਿਕ ਵਿਗਿਆਨ, ਜੀਵ ਵਿਗਿਆਨ, ਰਸਾਇਣ ਵਿਗਿਆਨ, ਮਨੋਵਿਗਿਆਨ, ਗ੍ਰਹਿ ਵਿਗਿਆਨ, ਖੇਤੀਬਾੜੀ ਜਾਂ ਇੰਜੀਨੀਅਰਿੰਗ ਆਦਿ ਗਰੁੱਪਸ ਲਈ ਕੰਡਕਟ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਇੰਟਰਨਲ ਐਗਜ਼ਾਮਸ ਦੀ। ਅੰਦਰੂਨੀ ਐਗਜ਼ਾਮਸ। ਇੰਟਰਨਲ ਐਗਜ਼ਾਮਸ ਕੀ ਹੁੰਦੇ ਆ? ਅੰਦਰੂਨੀ ਐਗਜ਼ਾਮਸ। ਇੰਟਰਨਲ ਐਗਜ਼ਾਮਸ ਆਰ ਅਰੇਂਜਡ ਬਾਈ the school teachers. ਜਿਹੜੇ ਅੰਦਰੂਨੀ ਐਗਜ਼ਾਮਸ ਆ ਉਹ ਸਕੂਲ ਟੀਚਰਸ ਦੁਆਰਾ ਹੀ ਕੰਡਕਟ ਕੀਤੇ ਜਾਂਦੇ ਹਨ। From the beginning to the end, all tasks are performed by school teachers, like they only are responsible for the question paper and evaluation of the answer sheets.
शुरू तो लैके एंड तक दा सारा काम, जिवें क्वेश्चन पेपर तो लैके आंसर शीट्स दी इवैल्यूएशन तक दी सारी जिम्मेवारी स्कूल दी ही हुंदी है। The only motive of internal examination is to synergize the relation between education and examination. ਜਿਹੜੀ ਸਿੱਖਿਆ ਅਤੇ ਪ੍ਰੀਖਿਆ ਵਿੱਚ ਆਪਸੀ ਵਧੀਆ ਤਾਲਮੇਲ ਬਣਾ ਕੇ ਰੱਖਣ ਲਈ ਇੰਟਰਨਲ ਐਗਜ਼ਾਮੀਨੇਸ਼ਨ ਮੀਨਸ ਅੰਦਰੂਨੀ ਪ੍ਰੀਖਿਆ ਲਈ ਜਾਂਦੀ ਹੈ। ਇੰਟਰਨਲ ਐਗਜ਼ਾਮੀਨੇਸ਼ਨ ਵਿੱਚ ਕੀ ਹੁੰਦਾ ਹੈ, ਸਟੂਡੈਂਟਸ ਨੂੰ ਜਿੰਨਾ ਸਿਲੇਬਸ ਕਰਾਇਆ ਜਾਂਦਾ ਹੈ ਸਿਰਫ ਉਸੇ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਂਦੇ ਹਨ। ਇਹਨਾਂ ਪ੍ਰੀਖਿਆਵਾਂ ਨਾਲ ਵਿਦਿਆਰਥੀਆਂ ਦੀਆਂ ਪ੍ਰੋਬਲਮਸ ਲੱਭ ਕੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ। ਇਹ ਦੇਖ ਲਿਆ ਜਾਂਦਾ ਹੈ ਕਿ ਕਿੱਥੇ ਵਿਦਿਆਰਥੀ ਜਿਹੜਾ ਹੈ ਆਪਣੀ ਨੌਲੇਜ ਵਿੱਚ ਵੀਕ ਹੈ ਤਾਂ ਉਹਨਾਂ ਦਾ ਹੱਲ ਕੀਤਾ ਜਾਂਦਾ। ਵੀਕਲੀ ਜਾਂ ਮੰਥਲੀ ਇੰਟਰਨਲ ਐਗਜ਼ਾਮੀਨੇਸ਼ਨ ਚੱਲਦੇ ਹੀ ਰਹਿੰਦੇ ਹਨ, ਜਿਵੇਂ ਕਿ ਪੂਰਾ ਸਾਲ ਵੀਕਲੀ, ਮਹੀਨਾਵਾਰ, ਹਫਤਾਵਾਰ ਜਾਂ ਮਹੀਨਾਵਾਰ ਜਿਹੜੇ ਐਗਜ਼ਾਮੀਨੇਸ਼ਨ ਆ ਉਹ ਚੱਲਦੇ ਰਹਿੰਦੇ ਹਨ, ਜਿਨ੍ਹਾਂ ਦਾ ਰਿਕਾਰਡ ਟੀਚਰ ਵੱਲੋਂ ਸਟੂਡੈਂਟਸ ਦੀ ਅਸੈਸਮੈਂਟ ਲਗਾਉਣ ਲਈ ਰੱਖਿਆ ਜਾਂਦਾ ਹੈ। ਸੋ ਨੈਕਸਟ ਚਾਰਟ ਸ਼ੋ ਹੋ ਰਿਹਾ ਹੈ, ਜਿਹਦੇ ਵਿੱਚ ਇਹ ਵਾਲੀਆਂ ਐਗਜ਼ਾਮੀਨੇਸ਼ਨਸ ਨੂੰ ਪੂਰੇ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ, ਕਲਾਸੀਫਾਈ ਕੀਤਾ ਗਿਆ ਹੈ ਐਗਜ਼ਾਮੀਨੇਸ਼ਨ ਨੂੰ। ਸਭ ਤੋਂ ਪਹਿਲਾਂ ਐਗਜ਼ਾਮੀਨੇਸ਼ਨ ਦੇ ਦੋ ਹਿੱਸੇ ਦੱਸੇ ਗਏ ਹਨ। ਦਿਖਾਏ ਜਾ ਰਹੇ ਚਾਰਟ ਤੋਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਪ੍ਰੀਖਿਆ ਦਾ ਵਰਗੀਕਰਨ ਕਿਵੇਂ ਹੁੰਦਾ ਹੈ। ਡਾਇਗਰਾਮ ਵਿੱਚ ਦਿਖਾਇਆ ਗਿਆ ਹੈ ਕਿ ਪ੍ਰੀਖਿਆ ਮੀਨਸ ਐਗਜ਼ਾਮੀਨੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਐਕਸਟਰਨਲ ਅਤੇ ਇੰਟਰਨਲ। ਐਕਸਟਰਨਲ ਐਗਜ਼ਾਮੀਨੇਸ਼ਨ ਨੂੰ ਅੱਗੋਂ ਫਿਰ ਤਿੰਨ ਟਾਈਪਸ ਦੱਸੀਆਂ ਗਈਆਂ ਐਕਸਟਰਨਲ ਐਗਜ਼ਾਮੀਨੇਸ਼ਨ ਦੀਆਂ। ਫਿਰ ਅੱਗੋਂ ਤਿੰਨ ਟਾਈਪਸ ਦੱਸੀਆਂ ਗਈਆਂ, ਕਿਹੜੀਆਂ? ਰਿਟਨ, ਓਰਲ ਅਤੇ ਪ੍ਰੈਕਟੀਕਲ ਐਗਜ਼ਾਮਸ। ਰਿਟਨ ਐਗਜ਼ਾਮਸ ਵਿੱਚ ਕੀ ਹੁੰਦਾ? ਲੌਂਗ ਆਨਸਰ ਟਾਈਪ ਕੁਐਸਚਨ, ਸ਼ਾਰਟ ਆਨਸਰ ਟਾਈਪ ਕੁਐਸਚਨ ਅਤੇ ਆਬਜੈਕਟਿਵ ਟਾਈਪ ਕੁਐਸਚਨ ਵਿੱਚ ਕੁਐਸਚਨ ਪੇਪਰ ਰਾਹੀਂ ਸਵਾਲ ਪੁੱਛੇ ਜਾਂਦੇ ਹਨ, ਜਿਨ੍ਹਾਂ ਦਾ ਜਵਾਬ ਸਟੂਡੈਂਟ ਨੇ ਲਿਖਤੀ ਰੂਪ ਵਿੱਚ ਆਨਸਰ ਸ਼ੀਟ ਉੱਪਰ ਦੇਣਾ ਹੁੰਦਾ ਹੈ। ਓਰਲ ਅਤੇ ਮੌਖਿਕ ਪ੍ਰੀਖਿਆ, ਜਿਸ ਵਿੱਚ ਬੋਲ ਕੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਐਗਜ਼ਾਮੀਨਰ ਬੋਲ ਕੇ ਸਵਾਲ ਪੁੱਛਦਾ ਹੈ ਤੇ ਜਿਹੜਾ ਆਪਣੇ ਸਟੂਡੈਂਟ ਹੁੰਦਾ ਹੈ ਉਹ ਬੋਲ ਕੇ ਹੀ ਜਵਾਬ ਦਿੰਦਾ ਹੈ। ਪ੍ਰੈਕਟੀਕਲ ਐਗਜ਼ਾਮੀਨੇਸ਼ਨ ਜੋ ਹੁੰਦੀ ਹੈ ਉਹ ਪ੍ਰਯੋਗਾਤਮਕ ਹੁੰਦੇ ਹਨ, ਜਿਹੜੇ ਕਿ ਲੈਬੋਰੇਟਰੀ ਜਾਂ ਫੀਲਡ ਵਿੱਚ ਜਾਂ ਕਲੀਨਿਕ ਵਿੱਚ ਕੰਡਕਟ ਕੀਤੇ ਜਾਂਦੇ ਹਨ। ਅੱਗੇ ਡਾਇਗਰਾਮ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਜੋ ਹੈ, ਆਬਜੈਕਟਿਵ ਟਾਈਪ ਕੁਐਸਚਨਸ ਦੀਆਂ ਟਾਈਪਸ ਦੱਸੀਆਂ ਗਈਆਂ ਹਨ, ਜਿਨ੍ਹਾਂ ਵਿੱਚ ਆਲਰੇਡੀ ਲਰਨਡ ਮੀਨਸ ਪਹਿਲਾਂ ਹੀ ਯਾਦ ਕੀਤੇ ਪ੍ਰਸ਼ਨ ਅਤੇ ਆਇਡੈਂਟੀਫਿਕੇਸ਼ਨ ਟੈਸਟ ਬਾਰੇ ਦੱਸਿਆ ਹੈ। ਆਇਡੈਂਟੀਫਿਕੇਸ਼ਨ ਟੈਸਟ ਮੀਨਸ ਪਛਾਣ ਟੈਸਟ। ਆਲਰੇਡੀ ਲਰਨਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀਆਂ ਪਹਿਲਾਂ ਯਾਦ ਕੀਤੀਆਂ ਗੱਲਾਂ ਨੂੰ ਜਾਂਚਿਆ ਜਾਂਦਾ ਹੈ ਅਤੇ ਆਇਡੈਂਟੀਫਿਕੇਸ਼ਨ ਟੈਸਟ ਵਿੱਚ ਪ੍ਰਸ਼ਨਾਂ ਦੇ ਉੱਤਰ ਨਾਲ ਦੱਸ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸਿੱਖਿਆਰਥੀਆਂ ਨੂੰ ਕੇਵਲ ਸਹੀ ਦੀ ਪਛਾਣ ਕਰਕੇ ਆਨਸਰ ਦੇਣਾ ਹੁੰਦਾ ਹੈ। ਆਲਰੇਡੀ ਲਰਨ ਪ੍ਰੀਖਿਆ ਵਿੱਚ ਸਿੰਪਲ ਲਰਨ ਟੈਸਟ, ਜਿਨ੍ਹਾਂ ਵਿੱਚ ਸਾਦੇ ਸਵਾਲ ਪੁੱਛੇ ਜਾਂਦੇ ਹਨ, ਇਹਨਾਂ ਪ੍ਰਸ਼ਨਾਂ ਦਾ ਜਿਹੜਾ ਉੱਤਰ ਹੈ ਉਹ 1-2 ਸ਼ਬਦਾਂ ਵਿੱਚ ਦੇਣਾ ਹੁੰਦਾ ਹੈ। ਫਿਲ ਇਨ ਦਾ ਬਲੈਂਕਸ। ਫਿਲ ਇਨ ਦਾ ਬਲੈਂਕ ਮੀਨਸ ਵਾਕ ਸੰਪੂਰਨ ਕਰਨਾ ਵਰਗੇ ਟੈਸਟ ਵੀ ਆਲਰੇਡੀ ਲਰਨਡ ਪ੍ਰੀਖਿਆ ਵਿੱਚ ਹੀ ਆਉਂਦੇ ਹਨ, ਜਿਸ ਵਿੱਚ ਇੱਕ ਵਾਕ ਜਾਂ ਇੱਕ ਪੈਰਾ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਇਸ ਵਿੱਚ ਕੀ ਹੁੰਦਾ ਕਿ ਕਿਤੋਂ ਕੁਝ ਸ਼ਬਦ ਕੱਟ ਦਿੱਤੇ ਜਾਂਦੇ ਹਨ ਅਤੇ ਵਿਦਿਆਰਥੀ ਵੱਲੋਂ ਸੰਪੂਰਨ ਯਾਦਾਸ਼ਤ ਨੂੰ ਸਾਬਤ ਕੀਤਾ ਜਾਂਦਾ ਹੈ ਤੇ ਉਹਨਾਂ ਸ਼ਬਦਾਂ ਦੀ ਪੂਰਤੀ ਖਾਲੀ ਥਾਵਾਂ ਤੇ ਕੀਤੀ ਜਾਂਦੀ ਹੈ। ਅੱਗੋਂ ਆਇਡੈਂਟੀਫਿਕੇਸ਼ਨ ਟੈਸਟ ਵਿੱਚ ਨੰਬਰ ਚੈੱਕ ਮੀਨਸ ਬਹੁ ਗਿਣਤੀ ਚੋਣ ਜਾਂਚ, ਜਿਸ ਵਿੱਚ ਇੱਕ ਪ੍ਰਸ਼ਨ ਦੇ ਨਾਲ 3-4 ਉੱਤਰ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਨੇ ਸਹੀ ਉੱਤਰ ਲਿਖਣਾ ਹੁੰਦਾ ਹੈ। ਇਹਨਾਂ ਵਿੱਚੋਂ ਇਹੋ ਜਿਹੇ ਕੁਐਸਚਨਸ ਦੇ ਵਿੱਚ ਅੰਦਾਜ਼ਾ ਨਹੀਂ ਲਗਾਇਆ ਜਾਂਦਾ, ਜਿਵੇਂ ਕਿ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਇਹਨਾਂ ਵਿੱਚੋਂ ਕੌਣ ਪ੍ਰਧਾਨ ਮੰਤਰੀ ਨਹੀਂ ਰਿਹਾ, ਜਿਹਦੇ ਵਿੱਚ 4 ਆਪਸ਼ਨਸ ਹੁੰਦੀਆਂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਮਨਮੋਹਨ ਸਿੰਘ ਔਰ ਅਬਦੁਲ ਕਲਾਮ। ਹੁਣ ਇਹਦੇ ਵਿੱਚ ਜਿਹਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਜਿਹੜਾ ਯੂਨੀਵਰਸਲ ਟਰੂਥ ਹੈ ਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਰਹੇ, ਰਾਜੀਵ ਗਾਂਧੀ ਰਹੇ ਜਾਂ ਮਨਮੋਹਨ ਸਿੰਘ ਰਹੇ, ਬਟ ਕੌਣ ਨਹੀਂ ਰਿਹਾ? ਅਬਦੁਲ ਕਲਾਮ। ਅਬਦੁਲ ਕਲਾਮ ਜੋ ਸੀਗੇ ਉਹ ਪ੍ਰੈਜ਼ੀਡੈਂਟ ਸੀਗੇ, ਨਾਟ ਪ੍ਰਧਾਨ ਮੰਤਰੀ ਨਹੀਂ ਸੀ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈ ਅਬਦੁਲ ਕਲਾਮ ਹੀ ਹੋਏਗਾ। ਸੋ ਸਹੀ ਉੱਤਰ ਨੂੰ ਲਿਖ ਕੇ ਦੱਸਣਾ ਹੁੰਦਾ ਹੈ। ਅੱਗੇ ਹੈ ਮੈਚ ਮੇਕਿੰਗ। ਮੈਚ ਮੇਕਿੰਗ ਦੇ ਵਿੱਚ ਕੀ ਹੁੰਦਾ ਹੈ? ਇਹਨਾਂ ਵਿੱਚ 2 ਸੂਚੀਆਂ ਦਿੱਤੀਆਂ ਹੁੰਦੀਆਂ ਹਨ। ਇੱਕ ਸੂਚੀ ਨੂੰ ਦਾ ਮੈਚ ਜਿਹੜਾ ਦੂਜੀ ਸੂਚੀ ਦੇ ਸਹੀ ਸ਼ਬਦਾਂ ਦੇ ਨਾਲ ਕਰਨਾ ਹੁੰਦਾ ਹੈ। ਨੈਕਸਟ ਟਰੂ ਫਾਲਸ। ਟਰੂ ਫਾਲਸ ਦੇ ਵਿੱਚ ਕੀ ਹੁੰਦਾ ਹੈ? ਸਹੀ ਜਾਂ ਗਲਤ ਬਾਰੇ ਦੱਸਣਾ ਹੁੰਦਾ ਹੈ। ਅੱਗੇ ਹੈ ਕਲਾਸੀਫਿਕੇਸ਼ਨ। ਕਲਾਸੀਫਿਕੇਸ਼ਨ ਮੀਨਸ ਵਰਗੀਕਰਨ ਕਰਨਾ ਜਾਂ ਕਲਾਸੀਫਾਈ ਕਰਨਾ।
इस विच कुछ शब्दां दा ग्रुप विद्यार्थी अगे रखिया जांदा है जिन्हां विच कई शब्द इररेलेवेंट हुंदे आ जिन्हां दा बाकी शब्दां नाल कोई संबंध नहीं हुंदा या उन्हां नूं बाहर मतलब जिहड़ा जिन्हां दा एक दूजे शब्द दे नाल संबंध नहीं हुंदा उन्हां नूं बाहर कड्ढना हुंदा जां आपां सिंपल लैंग्वेज दे विच कह सकदे हां कि आपां ऑड वन आउट कड्ढने हुंदे आ जिहड़ी क्लासीफिकेशन है ਉਹਦੇ ਵਿੱਚ odd one out करके ਅਸੀਂ ਇਹ ਵਾਲੀ ਪ੍ਰੀਖਿਆ ਦਿੰਦੇ ਆ ਜਾਂ क्वेश्चन पेपर ਨੂੰ क्वेश्चंस ਨੂੰ सॉल्व ਕਰਦੇ ਆ नेक्स्ट है why testing is necessary ਹੁਣ ਸਵਾਲ ਇਹ ਹੈ ਕਿ ਟੈਸਟਿੰਗ ਜਿਹੜੀ ਆ ਉਹ ਇੰਨੀ ਜ਼ਿਆਦਾ ਜ਼ਰੂਰੀ ਕਿਉਂ ਹੈ क्योंकि it is most important part for a teacher and student that regular forms of testing should take place ਇਹ ਅਧਿਆਪਨ ਅਤੇ ਵਿਦਿਆਰਥੀ ਲਈ ਇੱਕ ਬਹੁਤ ਮਹੱਤਵਪੂਰਨ ਹੈ ਕਿ ਨਿਯਮਿਤ ਰੂਪ ਵਿੱਚ ਟੈਸਟ ਹੁੰਦੇ ਰਹਿਣੇ ਚਾਹੀਦੇ ਹਨ however effective evaluation and testing requires detailed planning ਹਾਲਾਂਕਿ ਜਿਹੜੀ ਪ੍ਰਭਾਵਸ਼ਾਲੀ ਮੁਲਾਂਕਣ ਲਈ ਵਿਸਥਾਰ ਵਿੱਚ ਯੋਜਨਾਬੰਦੀ ਦੀ ਡਿਟੇਲਡ ਪਲੈਨਿੰਗ ਦੀ ਜ਼ਰੂਰਤ ਹੁੰਦੀ ਹੈ preparing for an evaluation should be an integral part of the planning of each lesson or unit as well as journal planning at the beginning of the school year or course evaluation ਦੀ ਤਿਆਰੀ ਹਰ ਲੈਸਨ ਜਾਂ ਯੂਨਿਟ ਦੀ ਪਲੈਨਿੰਗ ਦੇ ਨਾਲ ਸਕੂਲ ਦੇ ਸੈਸ਼ਨ ਦੀ ਸ਼ੁਰੂਆਤ ਦੇ ਸਮੇਂ ਜਨਰਲ ਪਲੈਨਿੰਗ ਦੇ ਨਾਲ ਇੱਕ ਇੰਟੀਗਰਲ ਜਨਰਲ ਪਲੈਨਿੰਗ ਦਾ ਇੱਕ ਇੰਟੀਗਰਲ ਪਾਰਟ ਹੁੰਦੀ ਹੈ ਇੱਕ ਅਨਿੱਖੜਵਾਂ ਅੰਗ ਹੁੰਦੀ ਹੈ in order to plan and give instructions that are appropriate for an individual situation it is necessary to understand all the factors that influence the students in your class plan ਬਣਾਉਣ ਸਮੇਂ ਜਾਂ ਪਲਾਨਿੰਗ ਕਰਨ ਸਮੇਂ ਅਤੇ ਨਿਰਦੇਸ਼ ਦੇਣ ਲਈ ਜੋ ਕਿਸੇ ਇੰਡੀਵਿਜੂਅਲ ਸਿਚੁਏਸ਼ਨ ਦੀ ਐਪਰੋਪ੍ਰੀਏਟ ਜਾਂ ਢੁਕਵੇਂ ਹੁੰਦੇ ਹਨ ਇਹ ਉਹ ਸਾਰੇ ਫੈਕਟਰਸ ਨੂੰ ਸਮਝਣ ਦੀ ਜ਼ਰੂਰਤ ਹੈ ਜੋ ਤੁਹਾਡੀ ਕਲਾਸ ਵਿੱਚ ਵਿਦਿਆਰਥੀ ਨੂੰ ਪ੍ਰਭਾਵਿਤ ਕਰਦੇ ਹਨ it is thought that teacher need to constantly evaluate their teaching based on student reaction interest motivation preparation participation perseverance and achievement ਕੀ ਹੈ ਇਹ ਸੋਚਿਆ ਜਾਂਦਾ ਹੈ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪ੍ਰਤੀਕਿਰਿਆ ਮਤਲਬ ਰਿਐਕਸ਼ਨ ਇੰਟਰਸਟ ਮੋਟੀਵੇਸ਼ਨ ਪ੍ਰੇਰਨਾ ਤਿਆਰੀ ਪਾਰਟਿਸਿਪੇਸ਼ਨ ਲਗਨ ਅਤੇ ਅਚੀਵਮੈਂਟ ਦੇ ਆਧਾਰ ਤੇ ਉਹਨਾਂ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਹੁੰਦੀ ਹੈ every educational system uses examination as an indicator of performance and examination are used to promote learners to the next academic level ਹੁਣ ਕੀ ਹੈ ਕਿ ਹਰੇਕ ਵਿਦਿਅਕ ਪ੍ਰਣਾਲੀ ਜੋ ਹੈ ਪ੍ਰੀਖਿਆ ਦੀ ਵਰਤੋਂ ਕਿਉਂ ਕਰਦੀ ਹੈ ਪ੍ਰੀਖਿਆ ਦੀ ਵਰਤੋਂ ਸਟੂਡੈਂਟਸ ਦੀ ਪਰਫਾਰਮੈਂਸ ਨੂੰ ਇੰਡੀਕੇਟ ਕਰਨ ਲਈ ਅਤੇ ਇਮਤਿਹਾਨਾਂ ਦੀ ਵਰਤੋਂ ਅਗਲੇ ਵਿਦਿਅਕ ਪੱਧਰ ਤੱਕ ਸਿੱਖਿਆਰਥੀ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਹੈ An examination is not only a process of assessing the progress of student but also a motivator that help learner to know their academic strength and weakness ਇਮਤਿਹਾਨ ਸਿਰਫ ਵਿਦਿਆਰਥੀਆਂ ਦੀ ਪ੍ਰਗਤੀ ਦਾ ਮੁਲਾਂਕਣ ਨਹੀਂ ਕਰਦੇ ਹਨ ਬਲਕਿ ਇੱਕ ਮੋਟੀਵੇਟਰ ਵੀ ਹੁੰਦੇ ਹਨ ਪ੍ਰੇਰਕ ਵੀ ਹੁੰਦੇ ਹਨ ਜੋ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਐਕੈਡੈਮਿਕ ਸਟਰੈਂਥ ਅਤੇ ਵੀਕਨੈਸ ਨੂੰ ਜਾਣਨ ਵਿੱਚ ਸਹਾਇਤਾ ਕਰਦੇ ਹਨ ਸੋ ਮੁਲਾਂਕਣ ਕਰਨ ਲਈ ਜਿਹੜੀ ਟੈਸਟਿੰਗ ਹੈ ਜਿਹੜੀ ਪ੍ਰੀਖਿਆਵਾਂ ਉਹਨਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ एंड ते ਅਸੀਂ डिस्कस करांगे कंक्लूजन मींस कि इसका सिट्टा की निकलता है कंक्लूड किवें कर सकते हैं इन द एंड वी कैन से दैट एन एफिशिएंट गोल ओरिएंटेड टीचर्स टेस्टिंग प्लान should contain clearly understood objectives and a sufficient amount of feedback to make students aware of the strength and weakness of their performance अंत विच असी कह सकते हैं कि गोल ओरिएंटेड टीचर दी टेस्टिंग प्लान विच स्पष्ट उद्देश्य होने चाहिए अते फीडबैक दी एक सफिशिएंट अमाउंट होनी चाहिए तां जो विद्यार्थियों नूं उन्हां दी परफॉर्मेंस दी स्ट्रेंथ या वीकनेस बारे जागरूक किया जा सके effective evaluation and testing requires an understanding of the role of evaluation effective ਮੁਲਾਂਕਣ ਅਤੇ ਪ੍ਰੀਖਿਆ ਲਈ evaluation ਦੀ ਭੂਮਿਕਾ ਨੂੰ ਸਮਝਣ ਦੀ ਲੋੜ ਹੁੰਦੀ ਹੈ as testing call on the teacher to make change in their classrooms
actively using the results of testing to modify and to improve the learning environment। जिस तरह ਪ੍ਰੀਖਿਆ ਟੀਚਰ ਨੂੰ ਆਪਣੇ ਕਲਾਸਰੂਮ ਵਿੱਚ ਚੇਂਜ ਲਿਆਉਣ ਲਈ ਕਹਿੰਦੀ ਹੈ, ਉਸੇ ਤਰ੍ਹਾਂ ਲਰਨਿੰਗ এনवायरमेंट ਨੂੰ ਹੋਰ ਵੀ ਇੰਪਰੂਵ ਅਤੇ ਮੋਡੀਫਾਈ ਕਰਨ ਲਈ ਪ੍ਰੀਖਿਆ ਦੇ ਰਿਜ਼ਲਟਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਪ੍ਰੀਖਿਆ ਵਿੱਚ ਕਲੀਅਰ ਆਬਜੈਕਟਸ ਹੋਣੇ ਚਾਹੀਦੇ ਹਨ, ਸਪਸ਼ਟ ਉਦੇਸ਼ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਵਿਦਿਆਰਥੀ ਦੀ ਪਰਫਾਰਮੈਂਸ ਦੀ ਸਟਰੈਂਥ ਜਾਂ ਉਸਦੀ ਵੀਕਨੈਸ ਦਾ ਪਤਾ ਲਗਾਇਆ ਜਾ ਸਕੇ। ਉਸਦੀ ਪਰਫਾਰਮੈਂਸ ਦਾ ਸਹੀ ਮੁਲਾਂਕਣ ਟੀਚਿੰਗ ਮੈਥਡਸ ਅਤੇ ਕਲਾਸਰੂਮ ਨੂੰ ਹੋਰ ਵੀ ਮੋਡੀਫਾਈ ਕੀਤਾ ਜਾ ਸਕੇ। ਇੱਥੇ ਮੁਲਾਂਕਣ ਵਰਡ ਯੂਜ਼ ਕੀਤਾ। ਮੁਲਾਂਕਣ ਦਾ ਮਤਲਬ ਹੈ ਇਵੈਲੂਏਸ਼ਨ। ਇਵੈਲੂਏਸ਼ਨ ਤੋਂ ਭਾਵ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਜਿਹਦੇ ਵਿੱਚ ਸਰੀਰਕ ਸਮਾਜਿਕ ਵਿਕਾਸ ਹੁੰਦਾ ਹੈ ਤੇ ਉਸਦੀਆਂ ਰੁਚੀਆਂ ਤੇ ਇੰਟਰਸਟ ਨੂੰ ਮਾਪਣਾ। ਸੋ ਇਹ ਸੀ ਅੱਜ ਦਾ ਸਾਡਾ ਟੈਸਟਿੰਗ, ਪਰਪਸ ਆਫ ਟੈਸਟਿੰਗ, ਕਿ ਟੈਸਟਿੰਗ ਦੇ ਕੀ ਪਰਪਸ ਹਨ, ਕਿਉਂ ਟੈਸਟ ਜਿਹੜੀ ਪ੍ਰੀਖਿਆਵਾਂ ਜ਼ਰੂਰੀ ਹਨ। ਹੋਪਫੁਲੀ ਸਾਰੇ ਸਟੂਡੈਂਟਸ ਨੂੰ ਇਹ ਅੱਜ ਦਾ ਟੌਪਿਕ ਸਮਝ ਆਇਆ ਹੋਵੇਗਾ। ਨੈਕਸਟ ਸਲਾਈਡ ਤੇ ਨਿੰਮੀ ਦੀ ਇੱਕ ਮੌਕ ਟੈਸਟ ਵਾਲੀ ਐਪਲੀਕੇਸ਼ਨ ਡਿਸਪਲੇ ਹੋ ਰਹੀ ਹੈ। ਸਾਰੇ ਸਟੂਡੈਂਟਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਫੋਨ ਦੇ ਵਿੱਚ ਨਿੰਮੀ ਆਪਣੇ ਪਲੇ ਸਟੋਰ ਤੇ ਜਾ ਕੇ ਨਿੰਮੀ ਮੌਕ ਟੈਸਟ ਵਾਲੀ ਐਪਲੀਕੇਸ਼ਨ ਡਾਊਨਲੋਡ ਕਰ ਲੈਣ, ਤਾਂ ਜੋ ਉਹ ਆਪਣੀ ਅਬਿਲਿਟੀਜ਼ ਦਾ, ਆਪਣੀ ਪਰਫਾਰਮੈਂਸ ਦਾ ਦੀ ਇਵੈਲੂਏਸ਼ਨ ਖੁਦ ਕਰ ਸਕਣ। ਉਹਦੇ ਵਿੱਚ ਉਹਨਾਂ ਨੇ ਇੱਕ ਸਟੂਡੈਂਟ ਵਾਲਾ ਕਾਲਮ ਫਿਲ ਕਰਕੇ ਆਪਣੇ ਆਪ ਦੀ ਖੁਦ ਇਵੈਲੂਏਸ਼ਨ ਕਰ ਸਕਦੇ ਹਨ। ਸੋ ਇਸ ਦੇ ਨਾਲ ਹੀ ਮੈਂ ਆਪਣੇ ਜਿੰਨੇ ਵੀ ਪਾਰਟਿਸਿਪੈਂਟਸ ਆ ਉਹਨਾਂ ਕੋਲੋਂ ਕੁਐਰੀਜ਼ ਲਵਾਂਗੀ। ਐਨੀ ਕੁਐਰੀਜ਼ ਪਲੀਜ਼, ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਜਿੰਨੇ ਵੀ ਪਾਰਟਿਸਿਪੈਂਟਸ ਹਨ ਪੁੱਛ ਸਕਦੇ ਹਨ ਅਗਰ ਉਹਨਾਂ ਦੀ ਕੋਈ ਵੀ ਕੁਐਰੀ ਹੈ। ਕਿਸੇ ਵੀ ਪਾਰਟਿਸਿਪੈਂਟ ਦੀ ਅਗਰ ਕੋਈ ਕੁਐਰੀ ਹੈ ਤਾਂ ਆਪਣੇ ਸਵਾਲ ਪੁੱਛ ਸਕਦੇ ਹਨ। ਸਰ ਕਾਈਂਡਲੀ ਇਹਨਾਂ ਨੂੰ ਅਨਮਿਊਟ ਕਰ ਦਿਓ ਸਾਰਿਆਂ ਨੂੰ ਪਲੀਜ਼। हैंड रेज कर सकते मैडम पार्टिसिपेंट्स अपने, उन्होंने अनम्यूट कर दिया। जी, जिन्हों ने भी कोई क्वेरी करनी है अपने हैंड रेज कर दियो। मनिंदर कौर हैंड रेज कर रहे। हेलो हेलो, हाँ जी, गुड मॉर्निंग मैम। वेरी गुड मॉर्निंग मैम। हाँ जी मैम, ਜਿਹੜਾ ਅੱਜ ਦਾ ਤੁਹਾਡਾ ਟੌਪਿਕ ਸੀਗਾ ਬਹੁਤ ਫਰੂਟਫੁਲ ਰਿਹਾ ਹੋਏਗਾ ਬੱਚਿਆਂ ਲਈ, ਔਰ ਬਹੁਤ ਅੱਛੀ ਤਰ੍ਹਾਂ ਤੁਸੀਂ ਬੱਚਿਆਂ ਨੂੰ ਕੁਐਸਚਨਿੰਗ ਵਾਸਤੇ ਸਮਝਾਇਆ। ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੇ ਇਸ ਚੀਜ਼ ਨੂੰ ਇਹਦੇ ਤੋਂ ਗੇਨ ਕੀਤਾ ਹੋਏਗਾ। ਥੈਂਕ ਯੂ ਸੋ ਮਚ। थैंक यू मैम, थैंक यू जी। एनी स्टूडेंट, जे कोई स्टूडेंट दी कोई क्वेरी है या क्वेश्चन है या कुछ भी स्टूडेंट कोई कहना चाहता है, काइंडली हैंड रेज कर दो। राकेश राजपूत कोई हैंड रेज कर रहे हैं? सर राकेश राजपूत है कोई, इन्होंने अनम्यूट कर दो। ਸੋ ਕੁਐਰੀਜ਼ ਤੋਂ ਬਾਅਦ ਗੱਲ ਕਰਾਂਗੀ ਮਿਸ਼ਨ ਫਤਿਹ ਦੀ। ਮਿਸ਼ਨ ਫਤਿਹ ਦੇ ਵਿੱਚ ਅਸੀਂ ਲੋਕਾਂ ਨੂੰ ਹਰ ਵੇਲੇ ਇੱਕੋ ਗੱਲ ਦੇ ਨਾਲ ਕਰਦੇ ਹਾਂ ਕਿ ਸਟੇ ਹੋਮ, ਸਟੇ ਸੇਫ, ਘਰਾਂ ਵਿੱਚ ਰਹੋ, ਸੇਫ ਰਹੋ। Wash and sanitize your hands in every 15-20 minutes. Wear mask when you go outside. Maintain social distancing. If you have cough and fever, consult your physician. Install COVA app on your mobile phones to get information about pandemic and safety measures. Stay at home to break the chain of COVID-19. Avoid large crowds. प्रिया मेहता हैंड रेज कर रहे। प्रिया मेहता मैम, ओके, काइंडली अनम्यूट कर दियो सर। मैम अनम्यूट है। गुड मॉर्निंग मैम। परवीन मैम, वेरी गुड मॉर्निंग जी। परवीन मैम बहुत वधिया सी, बहुत वधिया तरह समझ आया। थैंक यू सो मच मैम। सारा फुली अंडरस्टैंड होया होना है होपफुली, ते बहुत वधिया सी। थैंक यू मैम। सारिਆਂ ਦੀ ਕੋਆਪਰੇਸ਼ਨ ਲਈ ਬਹੁਤ थैंक यू मैम, थैंक यू सो मच जी। थैंक यू। नेक्स्ट लेक्चर भी टीचर ट्रेनिंग ਨਾਲ ਰਿਲੇਟਡ ਹੀ ਹੈ। ਦਲਜੀਤ ਕੌਰ ਮੈਮ ਆਪਣੇ ਲੈਕਚਰ ਦੇ ਵਿੱਚ ਮੈਂਡਿੰਗ, ਡਾਰਨਿੰਗ ਐਂਡ ਪੈਚਿੰਗ ਬਾਰੇ ਦੱਸਣਗੇ।
ਸੋ ਸਾਰੇ ਸਟੂਡੈਂਟਸ ਨੈਕਸਟ ਲੈਕਚਰ ਵੀ ਜੁਆਇਨ ਕਰ ਲੈਣਾ। ਸੋ ਹੋਪਫੁਲੀ ਤੁਹਾਨੂੰ ਸਾਰੇ ਲੈਕਚਰਸ ਤੋਂ ਬਹੁਤ ਵਧੀਆ ਕੁਝ ਸਿੱਖਣ ਨੂੰ ਮਿਲ ਰਿਹਾ ਹੋਵੇਗਾ। ਥੈਂਕ ਯੂ ਐਵਰੀ ਪਾਰਟਿਸਿਪੈਂਟ, ਥੈਂਕ ਯੂ ਮੇਰੇ ਸਾਰੇ ਕੋਲੀਗਸ, ਐਂਡ ਥੈਂਕ ਯੂ ਹਰਪ੍ਰੀਤ ਸਰ, ਥੈਂਕ ਯੂ ਫॉर ਕੋਆਰਡੀਨੇਸ਼ਨ। थैंक्स मैम, मीटिंग एंड कर। थैंक यू सो मच सर, थैंक यू जी। कर सकते ओवर सर? हेलो, हेलो।